ਉੱਦਾਂ ਦੇ ਗੁਣ ਉਸ ਬੰਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ। ਉਸੇ ਤਰ੍ਹਾਂ ਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਜੇ ਕੋਈ ਕੁੜੱਤਣ ਭਰੀ ਰੂਹ ਹੋਵੇਗੀ ਤੇ ਉਸ ਦੇ ਕੋਲ ਬਹਿਣ ਵਾਲਾ ਵੀ ਸਹੀ ਪਿਆਰੇ ਮੇਲਨੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਤਲਬ ਉਹ ਜਿਹੜੀਆਂ ਰੂਹਾਂ ਨੇ ਉਹ ਬਹੁਤ ਚੰਗੀਆਂ ਹੁੰਦੀਆਂ ਨੇ, ਜਿਹੜਾ ਰੱਬ ਦਾ ਨਾਮ ਲੈਂਦੀਆਂ ਹੁੰਦੇ ਨੇ, ਉਹਨਾਂ ਦੇ ਗੁਣ ਸਾਡੇ ਵਿੱਚ ਆ ਜਾਂਦੇ ਹਨ। ਜਿਵੇਂ ਅਸੀਂ ਆਪਣੇ ਬੱਚਿਆਂ ਜਾਂ ਨਿਆਣਿਆਂ ਨੂੰ ਕਹਿੰਦੇ ਹਾਂ ਵੀ ਉਸ ਦੀ ਸੰਗਤ ਨਹੀਂ ਕਰਨੀ ਜਿਹੜਾ ਗਲਤ ਪਾਸੇ ਜਾਂਦਾ, ਉਹਦੇ ਨਾਲ ਨਹੀਂ ਤੁਰਨਾ, ਉਹਦੇ ਕੋਲ ਨਹੀਂ ਬਹਿਣਾ, ਜਿਹੜਾ ਉਲਾਂਭਾ ਲੈ ਕੇ ਆਉਂਦਾ ਘਰ ਉਹਦੀ ਸੰਗਤ ਨਹੀਂ ਬੱਚੇ ਕਰਨੀ। ਕਿਉਂ? ਕਿਉਂਕਿ ਸਾਨੂੰ ਇਹ ਡਰ ਹੁੰਦਾ ਹੈ ਸਾਡਾ ਬੱਚਾ ਸਾਡੀ ਬੱਚੀ ਵਿਗੜ ਜਾਏਗਾ ਜਾਂ ਵਿਗੜ ਜਾਏਗੀ ਜੇ ਗਲਤ ਬੱਚਿਆਂ ਦੀ ਕੋਈ ਸੰਗਤ ਕਰੇਗਾ। ਇਹ ਤਾਂ ਸਾਨੂੰ ਪਤਾ, ਸਾਡਾ ਬੱਚਾ ਜੇ ਅਵਾਰਾ ਨੌਜਵਾਨਾਂ ਦੇ ਨਾਲ ਘੁੰਮੇਗਾ ਤੇ ਗੁਸਤਾਖੀ ਮਾਫ ਹੋ ਵਿਗੜੇਗਾ। ਤੇ ਜੇ ਕੋਈ ਆਮ ਸਧਾਰਨ ਵਿਅਕਤੀ ਵੀ ਗਲਤ ਇਨਸਾਨਾਂ ਦੀ ਸੰਗਤ ਕਰੇਗਾ ਉਹ ਵੀ ਵਿਗੜੇਗਾ। ਤੇ ਜੇ ਕੋਈ ਚੰਗਿਆਂ ਦੀ ਸੰਗਤ ਕਰੇਗਾ ਉਹ ਆਪ ਵੀ ਤਰੇਗਾ ਤੇ ਸਾਰਿਆਂ ਨੂੰ ਤਾਰੇਗਾ। ਮਹਾਰਾਜ ਜੀ ਦੀ ਬਾਣੀ ਵਿੱਚ ਲਿਖਿਆ, ਮਹਾਰਾਜ ਦੀ ਬਾਣੀ ਵਿੱਚ ਲਿਖਿਆ ਹੈ, ਕੇਲੇ ਦਾ ਦਰਖਤ ਜੇ ਕਿਤੇ ਬੇਰੀ ਦੇ ਲਾਗੇ ਉੱਗ ਪਏ ਨਾ ਤੇ ਬੇਰੀ ਦੇ ਕੰਢੇ ਕੇਲੇ ਦੇ ਪੱਤਿਆਂ ਨੂੰ ਚੀਰ ਦਿੰਦੀ ਹੈ ਜਦੋਂ ਹਵਾ ਵਗਦੀ ਹੈ। ਬਾਣੀ ਵਿੱਚ ਲਿਆ, ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਏ ਸਾਗਤ ਸੰਗਨਾ ਫੇਰ। ਮਤਲਬ ਬੇਰੀ ਦੇ ਕੰਢੇ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੇ ਨੇ। ਉੱਦਾਂ ਤੇ ਉਹ ਖਲੋਤੇ ਰਹਿੰਦੇ ਨੇ, ਪਰ ਜਦੋਂ ਹਵਾ ਚੱਲਦੀ ਹੈ ਨਾ ਇੱਕ ਦੂਜੇ ਵਿੱਚ ਜਦੋਂ ਪੱਤੇ ਵੱਜਦੇ ਨੇ, ਬੇਰੀ ਦੇ ਵਿੱਚ ਪੱਤੇ ਵੱਜਦੇ ਨੇ ਤੇ ਬੇਰੀ ਦੇ ਕੰਢੇ ਮਤਲਬ 16 ਤਿੱਖੀਆਂ ਕੰਢੇ ਜਿਹੜੇ ਨੇ ਉਹ ਕੇਲੇ ਦੇ ਪੱਤਿਆਂ ਨੂੰ ਪਾੜ ਕੇ ਸੁੱਟ ਦਿੰਦੀ। ਇਸ ਕਰਕੇ ਜੇ ਕੋਈ ਸਾਕਤ ਜਾਂ ਮਨਮੁਖ ਬੰਦਾ ਹੋਏਗਾ ਉਸਨੇ ਵੀ ਸਾਡਾ ਚੰਗਾ ਭਲਾ ਜੀਵਨ ਜਿਹੜਾ ਉਸਨੇ ਉਸ ਨੂੰ ਖਰਾਬ ਕਰ ਦੇਣਾ ਜਾਂ ਬਰਬਾਦ ਕਰ ਦੇਣਾ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਵੀ ਸਾਕਤ ਸੰਗ ਨਾ ਕੀਜੀਐ ਦੂਰ ਹੈ ਜਾਈਐ ਭਾਗ। ਇਸ ਕਰਕੇ ਮਾੜੇ ਬੰਦੇ ਦੀ ਸੰਗਤ ਕਰਨ ਦੇ ਨਾਲੋਂ ਉੱਥੋਂ ਉੱਠ ਕੇ ਜਾਣਾ ਜਾਂ ਪਹਿਲਾਂ ਚਲੇ ਜਾਣਾ ਬੜੀ ਚੰਗੀ ਗੱਲ ਹੈ। ਤੇ ਜੇ ਤੁਸੀਂ ਕਿਸੇ ਚੰਗੇ ਇਨਸਾਨ ਦੀ ਸੰਗਤ, ਚਾਹੇ ਬੱਚਾ ਚਾਹੇ ਬੁੱਢਾ ਚਾਹੇ ਔਰਤ ਚਾਹੇ ਬੱਚੀ ਚਾਹੇ ਮਰਦ ਕੋਈ ਵੀ ਹੈ, ਜੇ ਚੰਗੇ ਦੀ ਸੰਗਤ ਕਰੇਗਾ, ਕਬੀਰ ਚੰਦਨ ਕਾ ਬਿਰਵਾ ਭਲਾ ਬੀੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਦੁਨੀਆ ਦੇ ਵਿੱਚ ਜਿਹੜੇ ਸਕਸੈਸ ਬੰਦੇ ਨੇ, ਜਿਹੜੇ ਸਫਲ ਬੰਦੇ ਵਿਅਕਤੀ ਨੇ, ਜੇ ਤੁਸੀਂ ਉਹਨਾਂ ਦੇ ਜੀਵਨ ਨੂੰ ਬੈਕ ਉਹਨਾਂ ਦੀ ਦੇਖੋ, ਪਿਛੋਕੜ ਦੇਖੋ, ਉਹਨਾਂ ਨੇ ਸਫਲ ਬੰਦਿਆਂ ਦੀ ਸੰਗਤ ਕੀਤੀ, ਚੜ੍ਹਦੀ ਕਲਾ ਵਾਲੇ ਬੰਦਿਆਂ ਦੀ ਸੰਗਤ ਕੀਤੀ, ਤਾਂ ਹੀ ਉਹ ਚੜ੍ਹਦੀ ਕਲਾ ਦੇ ਵਿੱਚ ਆਏ ਜਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਦਾ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਹੀ। ਇਹਦੇ ਵਿੱਚ ਕੋਈ ਵੀ ਦੋ ਰਾਏ ਜਾਂ ਸ਼ੱਕ ਨਹੀਂ ਹੈ। ਜਿਹੜਾ ਗੁਰੂ ਦੀ ਸੰਗਤ ਵਿੱਚ ਆਏਗਾ, ਬੈਠੇਗਾ, ਰਹੇਗਾ, ਉਹ ਹਮੇਸ਼ਾ ਗੁਰੂ ਵਰਗਾ ਹੀ ਹੋ ਸਕਦਾ ਹੈ। ਬਾਣੀ ਵਿੱਚ ਇਸ ਤਰ੍ਹਾਂ ਲਿਖਿਆ, ਉਹ ਗੁਰੂ ਰੂਪ ਹੀ ਹੋ ਜਾਂਦਾ ਹੈ। ਇਹ ਨਹੀਂ ਵੀ ਥੋੜ੍ਹਾ ਬਹੁਤਾ। ਜਿਵੇਂ ਚੰਦਨ ਦਾ ਦਰਖਤ, ਜਿਹੜੀ ਚੰਦਨ ਦੀ ਲੱਕੜੀ ਅਸੀਂ ਬਾਜ਼ਾਰਾਂ ਵਿੱਚੋਂ ਖਰੀਦਦੇ ਹਾਂ ਉਹ ਅਸਲੀ ਚੰਦਨ ਨਹੀਂ। ਉਹ ਦਰਖਤ ਹੁੰਦੇ ਨੇ ਜਿਹੜੇ ਚੰਦਨ ਦੇ ਲਾਗੇ ਉੱਗੇ ਹੁੰਦੇ ਨੇ ਤੇ ਉਹ ਚੰਦਨ ਦੇ ਅਸਲੀ ਦਰਖਤ ਤੋਂ ਸਮੈਲ ਲੈ ਕੇ, ਸੁਗੰਧੀ ਲੈ ਕੇ ਚੰਦਨ ਬਣੇ ਹੁੰਦੇ ਨੇ। ਅਸਲੀ ਚੰਦਨ ਕਹਿੰਦੇ ਬਹੁਤ ਮਹਿੰਗਾ ਤੇ ਬਹੁਤ ਠੰਡਾ ਹੁੰਦਾ, ਬਹੁਤ ਜ਼ਿਆਦਾ, ਉਹ ਬਹੁਤ ਮਹਿੰਗਾ ਹੋਏਗਾ। ਜੋ ਅਸੀਂ ਵਰਤਦੇ ਹਾਂ ਉਹ ਅਸਲ ਨਹੀਂ ਹੈ,
ਉਹਦੀ ਕਾਪੀ ਹੈ, ਉਹਦੇ ਤੋਂ ਸੁਗੰਧੀ ਲੈ ਕੇ ਉਹ ਚੰਦਨ ਬਣਿਆ। ਜੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ ਹੋ ਜਾਂਦਾ, ਕਈ ਪੌਦੇ ਐਸੇ ਨੇ ਉਹ 2 ਪੌਦੇ ਲਾਏ ਜਾਣ ਤੇ ਤਾਂ ਹੀ ਉਹ ਅੱਗੇ ਵੱਧਦੇ ਨੇ। ਇਸੇ ਤਰ੍ਹਾਂ ਕੋਈ ਮਨਮੁਖ ਵੀ ਹੋਵੇ, ਜੇ ਗੁਰਮੁਖ ਦੀ ਸੰਗਤ ਕਰੇਗਾ ਤੇ ਉਹ ਸਤਪੁਰਖ ਤੱਕ ਬਣ ਸਕਦਾ। ਤੇ ਜੇ ਕੋਈ ਚੰਗਾ ਬੰਦਾ ਮਾੜੇ ਦੀ ਸੰਗਤ ਕਰ ਲਏਗਾ ਤੇ ਉਹ ਚੰਗਾ ਬੰਦਾ ਵੀ ਮਾੜਾ ਬੰਦਾ ਬਣ ਸਕਦਾ, ਉਹਦਾ ਜੀਵਨ ਜਿਹੜਾ ਖਰਾਬ ਹੋ ਸਕਦਾ, ਬਰਬਾਦ ਹੋ ਸਕਦਾ। ਸੋ ਆਓ ਗੁਰੂ ਸਾਹਿਬ ਮਿਹਰ ਕਰਨ। ਅੱਜ ਦਾ ਬਹੁਤ ਹੀ ਪਿਆਰਾ ਸ਼ਬਦ ਜੋ ਸਾਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰੂ ਨਾਨਕ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਔਰ ਇਸ ਸ਼ਬਦ ਦੀ ਵਿਚਾਰ ਅਸੀਂ ਗੁਰੂ ਕਿਰਪਾ ਦੇ ਨਾਲ ਸਰਵਣ ਕਰਨੀ ਹੈ। ਸ਼ਬਦ ਹੈ ਬੜਾ ਪਿਆਰਾ। ਆਸਾ ਮਹੱਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੋਂ ਬਖਸ਼ਨ ਹਾਰ। ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੋਂ ਬਖਸ਼ਨ ਹਾਰ। ਗੁਰੂ ਨਾਨਕ ਮਹਾਰਾਜ ਜੀ ਫਰਮਾਨ ਕਰਦੇ ਨੇ, ਇਸ ਜੱਗ ਵਿੱਚ ਜੋ ਕੁਝ ਹੋ ਰਿਹਾ ਉਹ ਹੋ ਤੇ ਰਿਹਾ ਤੇਰੇ ਹੁਕਮ ਵਿੱਚ। ਅਸੀਂ ਇੱਕ ਸਵਾਲ ਪੈਦਾ ਕਰ ਸਕਦੇ ਹਾਂ, ਤਰਕ ਵੀ ਕਰ ਸਕਦੇ ਹਾਂ। ਜੇ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਤੇ ਜਿਹੜਾ ਸਾਡੇ ਕੋਲ ਅਪਰਾਧ ਪਾਪ ਹੁੰਦਾ, ਫਿਰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਉਹਦੇ ਹੁਕਮ ਵਿੱਚ ਹੋ ਰਿਹਾ? ਧਿਆਨ ਦੇਣਾ, ਉਹਦੇ ਹੁਕਮ ਵਿੱਚ ਹੋ ਗਿਆ। ਮਹਾਰਾਜ ਕਹਿੰਦੇ ਨੇ ਵੀ ਇਹ ਬੰਦਾ ਹੈ ਬੜਾ ਸ਼ੈਤਾਨੀ, ਜਾਣ ਬੁੱਝ ਕੇ ਇੱਦਾਂ ਦੀਆਂ ਦਲੀਲਾਂ ਦਿੰਦਾ। ਇਹਨੂੰ ਸਭ ਕੁਝ ਪਤਾ ਹੈ ਵੀ ਚੰਗੀ ਚੀਜ਼ ਕਿਹੜੀ ਹੈ, ਮਾੜੀ ਕਿਹੜੀ ਹੈ। ਤੈਨੂੰ ਸਾਰੀਆਂ ਚੀਜ਼ਾਂ ਰੱਖ ਦਿੱਤੀਆਂ ਤੇਰੇ ਅੱਗੇ ਲਿਆ ਕੇ, ਤੇਰੇ ਅੱਗੇ ਸਾਰੀਆਂ ਚੀਜ਼ਾਂ ਰੱਖ ਦਿੱਤੀਆਂ। ਹੁਣ ਚੁਣਨੀਆਂ ਤੂੰ ਨੇ ਵੀ ਕਿਹੜੀ ਚੀਜ਼ ਤੂੰ ਚੁਣਨੀ ਹੈ, ਕਿਹੜੀ ਚੀਜ਼ ਤੂੰ ਰੱਖਣੀ ਹੈ। ਹਾਂ ਪਾਪੀ ਤੋਂ ਬਖਸ਼ਣਹਾਰ। ਇਹ ਜਿਹੜੀ ਪੰਕਤੀ ਹੈ ਇਹ ਬਹੁਤ ਵੱਡਾ ਵਿਸ਼ਾ ਹੈ ਔਰ ਬਹੁਤ ਹੀ ਗਿਆਨਪੂਰਵਕ ਹੈ, ਸਾਨੂੰ ਰਾਹ ਪਾਉਣ ਵਾਲਾ ਹੈ। ਦੁਨੀਆ ਦੇ ਵਿੱਚ ਕੋਈ ਨਹੀਂ ਇਹ ਕਹਿੰਦਾ ਵੀ ਮੈਂ ਪਾਪੀ ਹਾਂ। ਕੋਈ ਵੀ ਦੁਨੀਆ ਵਿੱਚ ਕੋਈ ਕਹਿਣ ਨੂੰ ਤਿਆਰ ਨਹੀਂ ਆਈ ਐਮ ਕ੍ਰਿਮੀਨਲ। ਨੋ, ਉਹ ਕਹੇਗਾ ਮੈਂ ਸਹੀ ਹਾਂ। ਤੇ ਫਿਰ ਇਹ ਪਾਪੀ ਕਿਹੜੇ ਨੇ ਜੀ? ਜਿਹੜੇ ਬਾਣੀ ਵਿੱਚ ਲਿਖੇ ਨੇ। ਉਹ ਕਿੱਥੇ ਮਿਲਦੇ ਨੇ, ਕਿੱਥੇ ਪਾਏ ਜਾਂਦੇ ਨੇ, ਕੌਣ ਨੇ? ਆਪਣੇ ਆਪ ਹੀ ਸਾਨੂੰ ਜਦੋਂ ਅਸੀਂ ਸ਼ੀਸ਼ਾ ਦੇਖ ਲਿਆ, ਕੱਲਾ ਕੱਲਾ ਬੰਦਾ ਕਹੇਗਾ ਮੈਂ ਪਾਪੀ ਹਾਂ। ਵੈਸੇ ਕਿਸੇ ਨੂੰ ਪੁੱਛਿਆ ਜਾਵੇ ਉਹ ਮੰਨੇਗਾ ਨਹੀਂ ਮੈਂ ਪਾਪੀ ਹਾਂ। ਪਰ ਜਦੋਂ ਗੁਰਬਾਣੀ ਗ੍ਰੰਥ ਰੂਪੀ ਸ਼ੀਸ਼ਾ ਕੋਈ ਦੇਖ ਲਵੇ ਤੇ ਹਰ ਇੱਕ ਕਹੇਗਾ ਮੈਂ ਪਾਪੀ ਹਾਂ। ਉੱਦਾਂ ਨਹੀਂ ਕਿਸੇ ਨੇ ਮੰਨਣਾ। ਉੱਦਾਂ ਕਿਸੇ ਨੂੰ ਕਹੀ ਜਾਓ ਵੀ ਇਸ ਤਰ੍ਹਾਂ ਉਹ ਨਹੀਂ ਮੰਨੇਗਾ। ਜਦੋਂ ਉਹਨੂੰ ਸ਼ੀਸ਼ਾ ਦਿਖਾ ਦਿੱਤਾ ਜਾਏ, ਆਹ ਦੇਖ ਭਾਈ ਮੈਂ ਕੋਈ ਗਲਤ ਕਹਿ ਰਿਹਾ, ਫਿਰ ਕਹਿੰਦਾ ਅੱਛਾ ਪਤਾ ਹੀ ਨਹੀਂ ਲੱਗਾ। ਸ਼ੀਸ਼ਾ ਉਹ ਅਕਸ ਦੱਸਦਾ ਵੀ ਤੂੰ ਕੀ ਹੈ। ਗੁਰਬਾਣੀ ਕੀ ਹੈ? ਇੱਕ ਸ਼ੀਸ਼ਾ ਹੈ। ਗੁਰਬਾਣੀ ਦੱਸੇਗੀ ਤੂੰ ਭਗਤ ਹੈ, ਗੁਰਬਾਣੀ ਦੱਸੇਗੀ ਤੂੰ ਨਿਮੀ ਹੈ, ਪ੍ਰੇਮੀ ਹੈ, ਕਾਮੀ ਹੈ, ਵਿਕਾਰੀ ਹੈ, ਪਾਪੀ ਹੈ, ਅਪਰਾਧੀ ਹੈ। ਬਾਣੀ ਨੇ ਉਹ ਚੀਜ਼ਾਂ ਦੱਸ ਦੇਣੀਆਂ ਨੇ ਜਿਹੜੀਆਂ ਹਰ ਬੰਦੇ ਦੇ ਵਿੱਚ ਹਨ, ਤੇ ਆਪੇ ਬੰਦਾ ਫੈਸਲਾ ਕਰ ਲਵੇ ਮੈਂ ਭਗਤ ਹਾਂ, ਮੈਂ ਪਾਪੀ ਹਾਂ, ਮੈਂ ਕੌਣ ਹਾਂ। ਰਾਜਾ ਮਹਾਂਪੁਰਖਾਂ ਦੇ ਦੀਦਾਰ ਕਰਨ ਜਾਂਦਾ ਤੇ ਮਹਾਂਪੁਰਖਾਂ ਦੇ ਅੱਗੇ ਹੱਥ ਜੋੜ ਕੇ ਜਦੋਂ ਵੀ ਮੱਥਾ ਟੇਕਦਾ ਮੈਂ ਪਾਪੀ ਹਾਂ ਮੈਨੂੰ ਬਖਸ਼ ਲਓ, ਉਹ ਕਹਿੰਦੇ ਕੋਈ ਗੱਲ ਨਹੀਂ। ਜਦੋਂ ਵੀ ਜਾਂਦਾ ਵਾਰ-ਵਾਰ ਹੱਥ ਜੋੜ ਕੇ ਕਹਿੰਦਾ ਮੈਂ ਪਾਪੀ ਹਾਂ, ਮੈਂ ਪਾਪੀ ਹਾਂ, ਮੈਂ ਪਾਪੀ ਹਾਂ, ਮੈਨੂੰ ਤਾਰ ਦੇਣਾ, ਮੈਨੂੰ ਬਖਸ਼ ਲਓ। ਕਹਿੰਦੇ ਠੀਕ ਹੈ। ਇੱਕ ਦਿਨ ਦੂਰੋਂ ਆ ਰਿਹਾ ਸੀ ਤੇ ਉਹ ਮਹਾਂਪੁਰਖ ਕਹਿੰਦਾ ਉਹ ਪਾਪੀਆ ਕਿੱਧਰੋਂ ਆ ਰਿਹਾ? ਉਹਨੂੰ ਆਖਿਆ ਉਹ ਪਾਪੀਆ ਤੂੰ ਕਿੱਧਰੋਂ ਆ ਰਿਹਾ? ਸ਼ਬਦ ਚੱਲਿਆ ਹਾਂ ਪਾਪੀ ਤੋਂ ਬਖਸ਼ਣਹਾਰ।
ਉਹਨੂੰ ਗੁੱਸਾ ਲੱਗਾ। ਆਪਣੇ ਆਪ ਨੂੰ ਤੇ ਸਾਰੇ ਕਹਿੰਦੇ ਮੈਂ ਅਪਰਾਧੀ, ਮੈਂ ਪਾਪੀ, ਮੈਂ ਪਾਪੀ। ਜਦੋਂ ਦੂਸਰਾ ਕੋਈ ਆਖੇ ਤੇ ਫਿਰ ਪਤਾ ਲੱਗਦਾ ਵੀ ਉਸ ਨੂੰ ਜਰ ਜਾਂਦਾ। ਜੇ ਜਰ ਜਾਂਦਾ ਤੇ ਫਿਰ ਤੇ ਉਹ ਅਵਸਥਾ ਵਾਲਾ ਬੰਦਾ ਬਣ ਗਿਆ। ਫਿਰ ਤੇ ਅਵਸਥਾ ਵਾਲਾ ਜਿਹੜਾ ਜਰ ਜਾਂਦਾ, ਮਹਾਂਪੁਰਖਾਂ ਨੂੰ ਕੋਲ ਆ ਕੇ ਕਹਿੰਦਾ ਤੁਸੀਂ ਸਾਰਿਆਂ ਦੇ ਸਾਹਮਣੇ ਮੈਨੂੰ ਪਾਪੀ ਕਹੀ ਜਾਂਦੇ ਹੋ ਹੈਂ, ਇਹ ਕੀ ਗੱਲ ਹੈ? ਤੁਸੀਂ ਮੇਰਾ ਕਿਹੜਾ ਪਾਪ ਦੇਖ ਲਿਆ? ਕਹਿੰਦੇ ਬਸ ਇਹੀ ਤੇ ਚੀਜ਼ ਜਾਣਨੀ ਸੀ ਵੀ ਉਹ ਅੰਦਰੋਂ ਵੀ ਡਿੱਗੇ ਆ ਕਿ ਉੱਤੋਂ ਕਹੀ ਜਾਂਦਾ ਜੀ ਮੈਂ ਪਾਪੀ, ਮੈਂ ਪਾਪੀ। ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਨੇ ਹਾਂ ਪਾਪੀ। ਆਪਣੇ ਆਪ ਨੂੰ ਕਹਿ ਰਹੇ ਨੇ ਸੰਬੋਧਨ ਕਰਕੇ। ਪਹਿਲਾਂ ਆਪਣੇ ਆਪ ਨੂੰ ਅੱਗੇ ਰੱਖਿਆ, ਹਾਸਾ ਮਹੱਲਾ ਪਹਿਲਾ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 356। ਗੁਰੂ ਨਾਨਕ ਮਹਾਰਾਜ ਜੀ ਅਕਾਲ ਪੁਰਖ ਨੂੰ ਕਹਿੰਦੇ ਨੇ ਮੈਂ ਪਾਪੀ ਹਾਂ, ਮੋਹਰ ਲਾ ਕੇ ਕਹਿਣਾ। ਪਰ ਗੁਰੂ ਪਾਪੀ ਨਹੀਂ ਹੈ। ਇਹ ਸਾਨੂੰ ਸਿਖਾਇਆ। ਜੇ ਗੁਰੂ ਐਡੀ ਵੱਡੀ ਗੱਲ ਕਹਿ ਸਕਦਾ ਤੇ ਤੈਨੂੰ ਕਹਿਣ ਨੂੰ ਕੀ ਹੈ? ਤੂੰ ਵੀ ਕਹਿ ਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇੱਦਾਂ ਤੂੰ ਕਹਿ ਮੈਂ ਪਾਪੀ ਹਾਂ, ਮੈਂ ਪਾਪੀ ਹਾਂ, ਮੈਂ ਪਾਪੀ ਹਾਂ। ਚਲੋ ਸ਼ੀਸ਼ਾ ਦੇਖ ਲਈਏ ਗੁਰਬਾਣੀ ਦੇ ਵਿੱਚੋਂ। ਮੈਂ ਵੀ ਤੁਸੀਂ ਅਸੀਂ ਸਾਰੇ ਵਿਚਾਰ ਰਾਹੀਂ ਕਿ ਅਸੀਂ ਕਿੰਨੇ ਕੁ ਪਾਪੀ ਹਾਂ, ਕਿੰਨੇ ਕੁ ਅਪਰਾਧੀ ਹਾਂ। ਅਪਰਾਧ ਨੂੰ ਧਿਆਨ ਦੇਣਾ, ਇੱਕ ਅਪਰਾਧ ਹੈ, ਇੱਕ ਪਾਪ ਹੈ। ਅਪਰਾਧ ਜਿਹੜਾ ਉਹ ਕਾਨੂੰਨ ਦੀ ਪਕੜ ਵਿੱਚ ਆਉਂਦਾ, ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਆ ਕੇ ਧਾਰਾਵਾਂ ਲੱਗਦੀਆਂ ਨੇ। ਅਪਰਾਧ ਕੋਈ ਵੀ ਅਪਰਾਧ ਕਰਦਾ ਉਹਨੂੰ ਅਰੈਸਟ ਕੀਤਾ ਜਾਂਦਾ, ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ, ਉਸ 'ਤੇ ਕੇਸ ਚੱਲਦਾ, ਉਸ ਦੇ ਸੰਮਣ ਭੇਜੇ ਜਾਂਦੇ ਨੇ ਅਪਰਾਧੀ ਨੂੰ, ਕਿਉਂਕਿ ਉਹ ਪਕੜ ਵਿੱਚ ਹੈ। ਤੇ ਕੇਸ ਚੱਲਦਾ ਤੇ ਉਹਦੀ ਫਿਰ ਬਹਿਸ ਹੁੰਦੀ ਹੈ। ਜੇ ਤੇ ਸਾਬਤ ਹੋ ਜਾਵੇ ਤੇ ਫਿਰ ਉਹਨੂੰ ਸਜ਼ਾ ਮਿਲਦੀ ਹੈ, ਜੇ ਨਾ ਹੋਵੇ ਤੇ ਉਹਨੂੰ ਬਰੀ ਕਰ ਦਿੱਤਾ ਜਾਂਦਾ। ਪਰ ਜਿਹੜਾ ਅਪਰਾਧ ਕਰਦਾ ਉਸ ਨੂੰ ਸਜ਼ਾ ਜ਼ਰੂਰ ਮਿਲਦੀ ਹੈ, ਜੇ ਇਨਸਾਫ ਸਹੀ ਹੋਵੇ ਤਾਂ। ਇਹ ਤੇ ਕਾਨੂੰਨ ਦੀ ਪਕੜ ਦੇ ਵਿੱਚ ਆ ਗਿਆ ਤੇ ਕਿਸੇ ਨੇ ਪਰਾਂ ਦੇ ਵਿੱਚ ਜਾ ਕੇ, ਕਿਸੇ ਨੇ ਥਾਣੇ ਵਿੱਚ ਜਾ ਕੇ, ਕਿਸੇ ਨੇ ਅਦਾਲਤ ਵਿੱਚ ਜਾ ਕੇ ਇਸ ਦੀ ਸਜ਼ਾ ਭੁਗਤ ਲਈ ਜਾਂ ਨਸ਼ਰ ਹੋ ਗਿਆ, ਕਾਨੂੰਨ ਦੀਆਂ ਧਾਰਾਵਾਂ ਲੱਗ ਗਈਆਂ। ਪਰ ਇੱਕ ਹੈ ਪਾਪ, ਇਹਨੂੰ ਕਾਨੂੰਨ ਨਹੀਂ ਫੜ ਸਕਦਾ। ਇਹਦੇ 'ਤੇ ਧਾਰਾ ਸੰਵਿਧਾਨ ਦੀ ਜਿਹੜੀ ਹੈ ਉਹ ਵੀ ਨਹੀਂ ਲੱਗ ਸਕਦੀ, ਕਿਉਂਕਿ ਪਾਪ ਜਿਹੜਾ ਹੈ ਉਹ ਮਨ ਕਰਦਾ ਹੈ। ਅਪਰਾਧ ਜਿਹੜਾ ਹੈ ਇਹ ਸਾਡਾ ਜਿਹੜਾ ਸਰੀਰ ਦਾ ਬਾਹਰਲਾ ਪਾਰਟ ਹੈ, ਔਲ ਪਾਰਟ, ਇਹ ਕਰਦਾ ਹੱਥਾਂ ਦੇ ਨਾਲ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਉਹ ਨਸ਼ਰ ਹੋ ਜਾਂਦਾ। ਜਿਹੜਾ ਪਾਪ ਹੁੰਦਾ, ਪਾਪ ਬੁਰਾ ਪਾਪੀ ਕੋ ਪਿਆਰਾ। ਜਿਹੜਾ ਪਾਪ ਕਰਨਾ ਗਿੱਝ ਜਾਏ, ਉਹਦਾ ਪਾਪ ਕਰਨ ਤੋਂ ਬਗੈਰ ਉਹਨੂੰ ਨੀਂਦ ਨਹੀਂ ਆਉਂਦੀ। ਜਿਵੇਂ ਸੱਜਣ ਠੱਗ ਦੀ ਸਾਖੀ ਬੜੀ ਵਾਰੀ ਸੁਣੀ ਹੈ। ਉਹ ਬਹੁਤ ਪਾਪ ਕਰਦਾ ਸੀ, ਬਹੁਤ ਅਪਰਾਧ ਤੇ ਉਹ ਹੈ ਹੀ ਸੀ, ਪਰ ਅੰਦਰੋਂ ਉਹ ਜਾਣਦਾ ਜਿਹੜਾ ਅੰਦਰੋਂ ਕਿਸੇ ਦੇ ਨਾਲ ਬਹੁਤ ਵੱਡਾ ਫਰੇਬ ਜਾਂ ਧੋਖਾ ਕਰਦਾ ਉਹ ਬਹੁਤ ਵੱਡਾ ਪਾਪੀ ਹੈ। ਪਰ ਉਹਦਾ ਪਾਪ ਬਖਸ਼ਣ ਵਾਲਾ ਹੈ ਕੌਣ? ਹਾਂ, ਪਾਪੀ ਤੋਂ ਬਖਸ਼ਣਹਾਰ। ਸੋ ਪਾਪ ਕਿਸ ਤਰ੍ਹਾਂ ਹੁੰਦਾ ਜੀ? ਪਾਪ ਕਿਸ ਤਰ੍ਹਾਂ ਹੁੰਦਾ? ਜਿਵੇਂ ਮੈਂ ਅਪਰਾਧ ਕਿਹਾ ਵੀ ਕਿਸੇ ਨਾਲ ਲੜਾਈ ਝਗੜਾ ਹੋ ਗਿਆ, ਕੋਈ 751 ਬਣ ਗਈ, ਕੋਈ 302 ਧਾਰਾ ਲੱਗ ਗਈ, ਕਿਸੇ 'ਤੇ 94 ਲੱਗ ਗਈ, ਉਹ ਲੱਗ ਗਈ, ਕਈ ਤਰ੍ਹਾਂ ਦੀਆਂ। ਸੋ ਖੈਰ ਉਹ ਤੇ ਬਾਹਰ ਪਕੜ ਵਿੱਚ ਆ ਗਿਆ। ਜਿਹੜਾ ਪਾਪ ਕਰਦਾ ਮਨ, ਉਹ ਕੌਣ ਜਾਣਦਾ? ਉਹ ਗੁਰੂ ਜਾਣਦਾ। ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਜਦੋਂ ਅਸੀਂ ਅੱਖੀਆਂ ਦੇ ਨਾਲ ਕੋਈ ਮੈਲਾ ਵੇਖ ਲਿਆ, ਕਿਸੇ ਨੂੰ ਗੰਦੀ ਨਿਗਾਹ ਦੇ ਨਾਲ ਵੇਖ ਲਿਆ, ਤੇ ਉਹ ਵੀ ਲੇਖੇ ਵਿੱਚ ਆ ਗਿਆ।
ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰ ਦਿੱਤੀ ਉਹ ਵੀ ਲੇਖੇ ਵਿੱਚ ਆ ਗਿਆ, ਉਹ ਵੀ ਪਾਪ ਹੈ। ਜਦੋਂ ਅਸੀਂ ਕਿਸੇ ਦੀ ਬਦਖੋਈ, ਕਿਸੇ ਦੀ ਨਿੰਦਿਆ ਕੰਨਾਂ ਨਾਲ ਕਰਨੀ ਤੇ ਸੁਣਨੀ, ਇਹ ਦੋਵੇਂ ਹੀ ਬਰਾਬਰ ਹੀ ਹੈ। ਇਹ ਨਹੀਂ ਮੈਂ ਕਰਦਾ ਥੋੜੋ, ਮੈਂ ਸੁਣਦਾ। ਮੈਂ ਕਰਦਾ ਥੋੜੋ, ਮੈਂ ਕਿਹੜਾ ਜਵਾਬ ਦਿੱਤਾ, ਮੈਂ ਤਾਂ ਕੋਈ ਹਾਮੀ ਨਹੀਂ ਭਰੀ। ਜਿਹੜਾ ਕਰਦਾ ਤੇ ਜਿਹੜਾ ਸੁਣਦਾ ਕਿਸੇ ਦੀ ਬੁਰਾਈ, ਕਿਸੇ ਦੀ ਨਿੰਦਿਆ, ਉਹ ਦੋਵੇਂ ਹੀ ਦੋਸ਼ੀ ਨੇ, ਦੋਵੇਂ ਹੀ ਪਾਪੀ ਹਨ। ਤੇ ਜਿਹੜਾ ਆਪਣੇ ਜ਼ਿਹਨ ਵਿੱਚ, ਜਿਹੜਾ ਆਪਣੇ ਦਿਲ ਦਿਮਾਗ ਦੇ ਵਿੱਚ ਕਿਸੇ ਪ੍ਰਤੀ ਈਰਖਾ, ਕਿਸੇ ਪ੍ਰਤੀ ਨਫ਼ਰਤ, ਕਿਸੇ ਪ੍ਰਤੀ ਜੈਲਸੀ, ਜਾਂ ਕਿਸੇ ਦੇ ਨੁਕਸਾਨ ਦੀ ਵਿਉਂਦ, ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਗੱਲ, ਜਾਂ ਕਿਸੇ ਦੇ ਧੀ ਪੁੱਤਰ ਦੇ ਨਾਲ ਕੋਈ ਛਲ ਕਪਟ, ਜਾਂ ਕਿਸੇ ਦੇ ਨਾਲ ਵੀ ਕੋਈ ਕਿਸੇ ਤਰ੍ਹਾਂ ਦੀ ਗੰਦੀ ਹਰਕਤ, ਵਧੀਕੀ, ਜਾਂ ਕੋਈ ਕਿਸੇ ਪ੍ਰਕਾਰ ਦਾ ਸ਼ੋਸ਼ਣ, ਜਾਂ ਕੋਈ ਕਿਸੇ ਨੂੰ ਕੌੜਾ ਬੋਲ, ਇੱਦਾਂ ਦੀਆਂ ਚੀਜ਼ਾਂ ਜਿਹੜਾ ਕਰਦਾ ਹੈ ਉਹ ਪਾਪੀ ਹੈ। ਜੇ ਇਹਦੇ ਵਿੱਚੋਂ ਅਸੀਂ ਕੋਈ ਵੀ ਨਹੀਂ ਕਰਦੇ ਤੇ ਅਸੀਂ ਸਹੀ ਹਾਂ, ਜੇ ਇੱਕ ਵੀ ਕਰਦੇ ਹਾਂ ਪਾਪੀਆਂ ਦੀ ਕੈਟਾਗਰੀ ਵਿੱਚ ਹਾਂ। ਸੋ ਬਾਣੀ ਵਿੱਚ ਲਿਖਿਆ ਵੀ ਅਸੀਂ ਸਾਰੇ ਹੀ ਖਿੰਨ ਖਿੰਨ ਭੁੱਲਣਹਾਰ ਹਾਂ। ਕੋਈ ਦਾਵਾ ਨਹੀਂ ਕਰ ਸਕਦਾ ਮੈਂ ਪਾਪ ਨਹੀਂ ਕਰਦਾ, ਕੋਈ ਦਾਵਾ ਨਹੀਂ ਕਰ ਸਕਦਾ। ਅਸੀਂ ਸਮਝਦੇ ਹਾਂ ਪਾਪ ਤੇ ਉਹ ਕਰਦੇ ਨੇ ਜਿਹੜਾ ਕਿਸੇ ਦਾ ਗਲ ਵੱਢਦੇ ਨੇ, ਇੱਦਾਂ ਵੀ ਇਹ ਧਾਰਨਾ ਨਾ। ਜਿਹੜਾ ਕੋਈ ਜਾਨਵਰ ਨੂੰ ਮਾਰਦਾ, ਜਿਹੜਾ ਕੋਈ ਗਲਾ ਵੱਢਦਾ, ਉਹੀ ਪਾਪ ਹੁੰਦਾ। ਅਸੀਂ ਗਲਾ ਥੋੜ੍ਹਾ ਵੱਢਦੇ ਹਾਂ। ਜਦੋਂ ਸਤਸੰਗ ਜੀ ਕਿਸੇ ਦੇ ਦਿਲ ਨੂੰ ਛਲਣੀ ਕਰ ਦਿੱਤਾ ਜਾਵੇ, ਕਿਸੇ ਦੇ ਦਿਲ 'ਤੇ ਆਰਾ ਚਲਾ ਦਿੱਤਾ ਜਾਵੇ, ਛਲਣੀ ਕਰ ਦਿੱਤਾ ਜਾਵੇ, ਤੇ ਉਹ ਪਾਪ ਹੁੰਦਾ। ਬਾਣੀ ਵਿੱਚ ਉਸ ਨੂੰ ਪਾਪ ਲਿਖਿਆ। ਮੈਂ ਕੱਲ੍ਹ ਪਰਸੋਂ ਵੀ ਬੇਨਤੀ ਕੀਤੀ ਸੀ, ਜਿਹੜੇ ਅਲਫਾਜ਼, ਜਿਹੜੇ ਅੱਖਰ ਪ੍ਰੇਮ ਦੀ ਸਾਂਝ ਪੈਦਾ ਕਰਨ, ਪ੍ਰੇਮ ਦੀ ਸਾਂਝ ਪੈਦਾ ਕਰਨ, ਉਹ ਇੱਕ ਬਹੁਤ ਵੱਡਾ ਉੱਤਮ ਕਰਮ ਹੈ। ਉਹ ਪੁੰਨ ਵੀ ਕਹਿ ਸਕਦੇ ਹਾਂ। ਤੇ ਜਿਹੜੇ ਅੱਖਰ ਕਿਸੇ ਦਾ ਨੁਕਸਾਨ ਕਰਨ, ਕਿਸੇ ਦੇ ਦਿਲ ਨੂੰ ਖਰਾਬ ਕਰਨ, ਕਿਸੇ ਦੇ ਮਨ ਵਿੱਚ ਕਲੇਸ਼ ਪੈਦਾ ਕਰਨ, ਤੇ ਉਹ ਇੱਕ ਬਹੁਤ ਵੱਡਾ ਪਾਪ ਹੈ, ਇੱਕ ਬਹੁਤ ਵੱਡਾ ਪਾਪ ਹੈ। ਇਸ ਕਰਕੇ ਪਾਪ ਜਿਹੜਾ ਹੈ ਉਹਦੇ ਲਈ ਬਹੁਤੇ ਹੱਥ ਹਿਲਾਉਣ ਦੀ ਜ਼ਰੂਰਤ ਨਹੀਂ। ਜਦੋਂ ਅਸੀਂ ਦੇਖਿਆ ਤੇ ਮਾੜਾ ਸੋਚਣਾ ਸ਼ੁਰੂ ਕੀਤਾ ਤੇ ਉਹ ਪਾਪ ਸ਼ੁਰੂ ਹੋ ਗਿਆ। ਬਾਣੀ ਵਿੱਚ ਲਿਖਿਆ ਨਰ ਅਚੇਤ ਪਾਪ ਤੇ ਡਰ, ਨਰ ਅਚੇਤ ਪਾਪ ਤੇ ਡਰ ਰੇ। ਮਤਲਬ ਜਿਹੜਾ ਚਿੱਤ ਚੇਤੇ ਦੇ ਵਿੱਚ ਨਹੀਂ ਹੈ, ਕਿਤੇ ਭੁੱਲ ਭੁਲੇਖੇ ਜਿਹਨੂੰ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਉਸ ਪਾਪ ਤੋਂ ਵੀ ਡਰਨਾ ਚਾਹੀਦਾ। ਤੇ ਜਿਹੜਾ ਜਾਣ ਬੁੱਝ ਕੇ ਕੋਈ ਕਰਦਾ, ਜਿਹੜਾ ਜਾਣ ਬੁੱਝ ਕੇ ਕੋਈ ਕਰਦਾ ਹੈ, ਤੇ ਫਿਰ ਉਹਦਾ ਸਤਸੰਗ ਜੀ ਪਾਪ ਦਾ ਜਿਹੜਾ ਲੇਖਾ ਜਿਹੜਾ ਹੈ ਉਹ ਦੇਣਾ ਪੈਂਦਾ, ਦੇਣਾ ਪੈਂਦਾ। ਜਿਵੇਂ ਕਿ ਬਹੁਤ ਪ੍ਰਮਾਣ ਵਧੀਆ ਵਿਦਵਾਨ ਲੋਕ ਸੁਣਾਉਂਦੇ ਨੇ, ਕਹਿੰਦੇ ਵੀ ਕਿਸੇ ਨੇ ਕਿਸੇ ਦੇ ਨਾਲ ਸਾਂਝ ਪਾ ਲਈ, ਕੋਈ ਬਿਜ਼ਨਸ ਦੀ ਸਾਂਝ ਪਾ ਲਈ, ਬਿਜ਼ਨਸ ਦੀ ਸਾਂਝ ਪਾ ਲਈ। ਉਸਨੇ ਉਸ ਨੂੰ ਆਪਣਾ ਬਹੁਤ ਖਾਸ ਬਣਾ ਕੇ, ਮੈਂ ਸ਼ਾਰਟ ਦੇ ਵਿੱਚ ਪ੍ਰਮਾਣ ਆਪ ਨਾਲ ਸ਼ੇਅਰ ਕਰ ਰਿਹਾ, ਸਾਂਝ ਬਣਾ ਕੇ ਉਸਨੇ ਵਿਸ਼ਵਾਸ ਇੱਕ ਦੂਜੇ ਦਾ ਜਿਹੜਾ ਬਣਾ ਕੇ, ਉਸਨੇ ਜਿਹਦੇ ਨਾਲ ਸਾਂਝ ਪਾਈ ਉਹਦੇ ਨਾਲ ਧੋਖਾ ਕੀਤਾ। ਉਸਨੇ ਪ੍ਰੋਫਿਟ ਦੀ ਖਾਤਰ ਮਾਇਆ ਦੀ ਲਾਲ ਦੇ ਵਿੱਚ ਉਸ ਬੰਦੇ ਨੂੰ ਉਸਨੇ ਮਰਾ ਤੱਕ ਦਿੱਤਾ, ਐਜ਼ ਏ ਲੌਜਿਕ। ਔਰ ਬਹੁਤ ਕੌਮ ਦੇ ਵਿਦਵਾਨਾਂ ਨੇ ਇਹ ਸੁਣਾਇਆ ਹੋਇਆ, ਮੈਂ ਉਹ ਤੁਹਾਨੂੰ ਸਰਵਣ ਕੀਤੀ, ਕਿਉਂਕਿ ਇਹ ਵਿਚਾਰ ਜਿਹੜੀ ਚੱਲ ਰਹੀ ਹੈ ਹੁਣ ਪਾਪੀ ਤੋਂ ਬਖਸ਼ਣਹਾਰ, ਇਹ ਬਿਲਕੁਲ ਸੁਣਾਈ ਹੋਈ ਕਿਸੇ ਕੋਲ ਮੈਂ ਸੁਣੀ ਹੋਈ, ਪੜ੍ਹੀ ਹੋਈ ਨਹੀਂ, ਮੈਂ ਸੁਣੀ ਹੋਈ ਵਿਦਵਾਨ ਕੋਲੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਤੇ ਉਸ ਨੂੰ ਉਸਨੇ ਮਰਾ ਦਿੱਤਾ, ਤੇ ਦਿਨੋਂ ਦਿਨ ਉਹਦਾ ਬਿਜ਼ਨਸ ਜਿਹੜਾ ਹੁਣ ਵੱਧਦਾ ਜਾਏ, ਵੱਧਦਾ ਜਾਏ, ਵੱਧਦਾ ਜਾਏ। ਤੇ ਉਹ ਮਨ ਵਿੱਚ ਸੋਚਦਾ, ਲੋਕ ਕਹਿੰਦੇ ਨੇ
पाप करो तो आ हुंदा, बंदे का नुकसान हुंदा, बंदा आ हो जाता। मेरी तो दिनों दिन चढ़ाई हो रही है, मेरी तो दिनों दिन चढ़ाई हो रही है। पर कहंदे की होया, ਉਹਦੇ घर एक पुत्र ने जन्म लिया, हाँ पापी तू बख्शनहार। उसदे घर एक पुत्र ने जन्म लिया, ਉਹਦਾ बचपन निकलिया, ਉਹ जवानी दे विच गया, जवानी दे विच गया ते उसनों कई तरह नाल लिखिया, कहंदे उसनों कोई रोग लग गया, कोई बीमारी कह दईए, उसनों इस तरह का लग गया, वो बहुत परेशान होना शुरू हो गया। उसने उसदे उपर अपना धन खर्चना शुरू कर दिता, इन्ना कुछ रुपया खर्चिया, वो कंगाल हो गया। कंगाल, कंगाल और दिवालिया ये दो लफ्ज़ ने। रब मेहर रखे, नजर पट्ठी जे करे सुल्ताना घाव कराएगा, कोई दिवालिया ना हो जाए, कोई कंगाल ना हो जाए। इस करके जिंदगी दे विच किसी नाल कोई फरेब धोखा ना करे, किसी का पैसा लैके मार ना लवे। ध्यान देना, किसी ने मदद की होवे, किसी का हक खाना, किसी को लैके उन्होंने मोड़ना नहीं, ये बंदा फिर जमदा मरदा रहिंदा। इस करके अपना अपना लेखा नवेड़िए, जिहदा किसी का लैना लो, जिहड़ा किसी नूं देना दो। जे हाथ जोड़ के लैंदे हाँ, जे हाथ जोड़ के लेंदे हाँ तो हाथ ज़्यादा जोड़ के उसनों वापस करना, ये जिहड़ा ये साडा फर्ज है। वो लड़का नौजवान बीमार हो गया, इन्ना बीमार हो गया, वो कंगाल हो गया, वो रोन लग पिया, अपने लड़के नूं कहंदा बई जिन्ना कुछ सी मेरे कोल सारा ही कुछ मैं ला दिता, बई सारा कुछ खर्च कर दिता, तू ठीक नहीं हुंदा, ये की चक्कर है। जिस तरह दसिया, कहंदे भी वो लड़का कहंदा बई तेरा हुण कुछ बचेगा भी नहीं, बस तैनूं मैं दस देना, लेखे कते ना छोटी है, खिन खिन भुलनहार बख्शनहार, बख्श लै नानक पार उतार, हाँ पापी तू बख्शनहार। चाहे उसनों किसी तरह मरवाया सी, चाहे किसी तरह मारिया, कहता मैं वही हाँ जिस नाल तू दगा किया, धोखा किया, प्रेम किया, तेनों तो मैनू मरवाया सी, मैं वो हाँ पुत बन के लेखा लैन आ गया, हुण बिल्कुल हिसाब किताब बराबर दे, हुण मैं चलिया, हुण रोंदा रह। हाँ पापी, एक होर पंक्ति पढ़ी है, पापी कर्म कमावंदे कर दे हाय हाय, पापी कर्म कमावंदे कर दे हाय हाय। सो ओ बिलकदे ने, ओ हाय हाय करदे ने पापी। सो इस करके जिंदगी दे विच पाप ना किया जाए, जे भुल हो गई तो जिउंदे जी बख्शा लैनी चाहिए है, जिउंदे जी वो बख्श लैंदा है। देखो मैं पहला कहा भी सज्जन को बहुत भुल्लां होईयां सी, उन्हें बड़ियां दे गले वड्डे सी, बड़ियां नूं मारिया सी, ते जे उन्होंने बाबा नानक पातशाह ना मिलदे ते उन्हें नहीं छुटना सी, उन्हें नहीं छुटना सी। जदों सतगुरु मिल गया तो उन्हें बख्श लिया सानू भी। साडा सतगुरु गुरु ग्रंथ साहब जी प्रतख रूप विच मिल चुके ने। असी भी बेनतियां करिए महाराज जी बहुत पाप हो चुके ने और पता नहीं सानू अचनचेत भी हो जाते ने, तुसी मेहर करो हाँ पापी तो बख्शनहार। ये अंदरों कहना उत्तों उत्तों नहीं, मैं नहीं कहता भी मैं कभी पाप नहीं किया होएगा, क्यों भी असी तो खिन खिन, क्योंकि बाणी मुताबक असी चलते हैं, असी खिन खिन क्या ये नहीं भी 24 घंटे में एक दो बारी तो क्या ही नहीं। मारी कहते खिन खिन भूलन हार, असी खत्ते बहुत कमावते, अंत ही नहीं एदा किशंत ना पारावार। हाँ कृपा करके बख्श लियो हाँ पापी वड गुनहगार, हाँ पापी तू बख्शनहार। अजामल नूं बख्श लिया,
ਬੇਸਵਾ ਗਣਕਾ ਨੂੰ ਬਖਸ਼ ਲਿਆ, ਕੌਡੇ ਰਾਖਸ਼ ਨੂੰ ਬਖਸ਼ ਲਿਆ, ਭੂਮੀਏ ਚੋਰ ਨੂੰ ਬਖਸ਼ ਲਿਆ, ਸੱਜਣ ਠੱਗ ਨੂੰ ਬਖਸ਼ ਲਿਆ। ਉਹ ਤੇ ਬਖਸ਼ੇ ਗਏ, ਗੱਲ ਤੇ ਸਾਡੀ ਹੈ ਨਾ, ਅਸੀਂ ਵੀ ਬਖਸ਼ੇ ਜਾਵਾਂਗੇ ਕਿ ਨਾ? ਅਸੀਂ ਤੇ ਆਪਣੀ ਹੁਣ ਗੱਲ ਕਰਨੀ ਹੈ। ਮਹਾਰਾਜ ਜੀ ਕਹਿੰਦੇ ਤੂੰ ਵੀ ਬਖਸ਼ਿਆ ਜਾਏਗਾ, ਤੂੰ ਕਿਉਂ ਨਾ ਤਰੇ ਰਵਿਦਾਸ। ਆ ਭਗਤ ਜੀ ਕਹਿੰਦੇ ਨੇ, ਕਹਿੰਦੇ ਤੂੰ ਗੁਰੂ ਤੇ ਭਰੋਸਾ ਰੱਖ, ਤੂੰ ਵੀ ਤਰੇਗਾ, ਤੈਨੂੰ ਵੀ ਗੁਰੂ ਤਾਰੇਗਾ, ਕੋਈ ਗੱਲ ਨਹੀਂ। ਪਰ ਇੱਕ ਗੱਲ ਜ਼ਰੂਰ ਹੈ, ਗੁਰੂ ਬਖਸ਼ ਲਏਗਾ, ਬਖਸ਼ਣ ਤੋਂ ਬਾਅਦ ਜੇ ਫਿਰ ਕੋਈ ਗਲਤੀ ਕਰ ਦੇ, ਇੱਦਾਂ ਵੀ ਹੁੰਦਾ ਨਾ। ਅੱਜ ਤੱਕ ਤੇ ਚਲੋ ਅੱਜ ਦੇ ਦਿਨ ਤੱਕ ਦੇ ਸਾਨੂੰ ਜੀ ਉਹਨੇ ਅੱਜ 17 ਤਰੀਕ ਹੈ, ਅੱਜ ਤੱਕ ਬਖਸ਼ ਲਿਆ, ਸਪੋਜ਼ ਪਿਛਲਾ ਕਲੀਅਰ ਕਰ ਦਿੱਤਾ, ਕਲੀਨ ਹੋ ਗਿਆ ਸਭ ਕੁਛ, ਤੇ ਗੁਰੂ ਸਾਨੂੰ ਕਹੇ ਵੀ ਜਾ ਵੀ ਤੈਨੂੰ ਮੁਕਤ ਕੀਤਾ ਤੇਰੇ ਸਾਰੇ, ਜਾਂ ਜਿੱਦਾਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਨਾ, ਪੰਜ ਪਿਆਰੇ ਕਹਿੰਦੇ ਤੇਰਾ ਪਿਛਲਾ ਸਾਰਾ ਹਿਸਾਬ ਕਿਤਾਬ ਕਲੀਅਰ, ਅੱਜ ਤੂੰ ਤੇਰਾ ਨਵਾਂ ਜਨਮ। ਤੇ ਜੇ ਹੁਣ ਉਹਦੇ ਤੋਂ ਬਾਅਦ ਅਸੀਂ ਕਹੀਏ ਪਿਛਲਾ ਤੇ ਲੇਖਾ ਮੁੱਕ ਗਿਆ, ਹੁਣ ਨਵਾਂ ਸ਼ੁਰੂ ਕਰੀਏ, ਕੋਈ ਗੱਲ ਨਹੀਂ, ਭਾਰ ਤੇ ਮੁੱਕ ਗਿਆ ਹੁਣ ਫਿਰ। ਤੇ ਜੇ ਫਿਰ ਕੋਈ ਬਾਰ ਕਰੀ ਜਾਵੇ ਤੇ ਫਿਰ ਵਾਰ ਤੇ ਕੋਈ ਵੀ ਮਾफ़ ਨਹੀਂ ਕਰਦਾ, ਕਾਨੂੰਨ ਵੀ ਮਾफ़ ਨਹੀਂ ਕਰਦਾ। ਕਈ ਵਾਰ ਕਾਨੂੰਨ ਵੀ 20 ਸਾਲਾਂ ਵਾਲੇ ਨੂੰ ਉਹਦੀ ਨੇਚਰ ਦੇਖ ਕੇ, ਉਹਦਾ ਬਿਹੇਵੀਅਰ ਦੇਖ ਕੇ ਸਜ਼ਾ ਘੱਟ ਕਰ ਦਿੰਦਾ। ਤੇ ਜੇ ਵਿਗੜਿਆ ਹੀ ਰਹੇ, ਜੇ ਉਹਦੇ ਵਿੱਚ ਕੋਈ ਚੇਂਜਿੰਗ ਹੀ ਨਾ ਆਏ, ਤੇ 20 ਸਾਲ ਪੂਰੀ ਕੱਟ ਕੇ ਆਊਗਾ ਫਿਰ ਉਹ, ਨਹੀਂ ਤੇ ਕਈਆਂ ਨੂੰ ਪਹਿਲਾਂ ਹੀ ਬਰੀ ਕਰ ਦਿੱਤਾ ਜਾਂਦਾ ਹੈ। ਤੇ ਜਿਹੜਾ ਹਟਦਾ ਹੀ ਨਹੀਂ, ਮੁੜਦਾ ਹੀ ਨਹੀਂ, ਰੁਕਦਾ ਹੀ ਨਹੀਂ, ਸਭ ਕੁਝ ਕਰੀ ਜਾਂਦਾ ਹੈ, ਰੱਬ ਦਾ ਨਾਮ ਵੀ ਲਈ ਜਾਂਦਾ, ਪੂਜਾ ਪਾਠ ਵੀ ਕਰੀ ਜਾਂਦਾ, ਦਾਨ ਪੁੰਨ ਵੀ ਕਰੀ ਜਾਂਦਾ, ਤੇ ਗਲਤ ਕਰਮ ਵੀ ਕਰੀ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਉਹ ਫਿਰ ਸਮਝੇ ਵੀ ਜਿਵੇਂ ਫੂਕਣੇ ਦੇ ਵਿੱਚੋਂ ਜਾਂ ਫੂਕਣੀ ਦੇ ਵਿੱਚੋਂ ਫੂਕ ਮਾਰਦੀ, ਜੋ ਬਾਂਸ ਵਜਾਈ ਹੈ ਫੂਕ, ਭਗਤ ਜੀ ਕਹਿੰਦੇ ਨੇ ਜਿਵੇਂ ਫੂਕ ਮਾਰੀ ਦੀ ਦੂਜੇ ਪਾਸੇ ਬਾਹਰ ਨਿਕਲ ਜਾਂਦੀ, ਇੱਦਾਂ ਸਾਰੇ ਕਰਮ ਕੀਤੇ ਖਤਮ, ਇੱਦਾਂ ਨਿਕਲ ਜਾਂਦੇ ਨੇ ਦੂਜੇ ਪਾਸਿਓਂ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਇਹ ਨਾਮਜ਼ਦ ਕਰ ਵੀ ਹਾਂ ਮੈਂ ਪਾਪੀ ਹਾਂ, ਤੇ ਤੁਸੀਂ ਮਹਾਰਾਜ ਜੀ ਬਖਸ਼ਣਹਾਰ ਹੋ, ਮੈਂ ਭੁੱਲ ਕਰ ਚੁੱਕਾ ਤੇ ਮੁੜ ਨਹੀਂ ਕਰਦਾ। ਫਿਰ ਮਹਾਰਾਜ ਜੀ ਸਾਰੀਆਂ ਚੀਜ਼ਾਂ ਹੀ ਮਾफ़ ਕਰ ਦਿੰਦੇ ਨੇ। ਆਪ ਕਰੇ ਸੱਚ ਅਲਖ ਅਪਾਰ, ਹਾਂ ਪਾਪੀ ਤੂੰ ਬਖਸ਼ਣਹਾਰ। ਤੇਰਾ ਭਾਣਾ ਸਭ ਕੁਛ ਹੋਵੇ, ਮਨ ਹਟ ਕੀਚੈ ਅੰਤ ਵਿਗੋਵੇ। ਉਹੀ ਹੁੰਦਾ ਜੋ ਤੈਨੂੰ ਚੰਗਾ ਲੱਗਦਾ। ਔਰ ਨਿਰੀ ਜੇ ਕਹੀਏ ਵੀ ਆਪਣੀ ਅਕਲ ਦੁਆਰਾ ਮਨ ਹਟ ਕਰਕੇ ਅੜੀ ਚੰਗੀ ਨਹੀਂ ਹੁੰਦੀ। ਅੜੀਆਂ ਦੇ ਨਾਲ ਅਕਾਲ ਪੁਰਖ ਨਹੀਂ ਮਿਲਦਾ, ਨਿਮਰਤਾ ਦੇ ਨਾਲ ਮਿਲਦਾ, ਅੜੀਆਂ ਦੇ ਨਾਲ ਨਹੀਂ। ਇਸ ਕਰਕੇ ਮਨ ਹਟ ਕੀਚੇ ਅੰਤ ਵਿਗੋਵੇ, ਮਨ ਮੁਖ ਕੀ ਮਤ ਕੂੜ ਵਿਆਪੀ। ਜਿਹੜਾ ਨਿਰਾ ਹੀ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ, ਨਿਰਾ ਹੀ ਮਨਮੁਖ ਕੀ ਮਤ ਕੂੜ ਵਿਆਪੀ, ਉਹਨਾਂ ਦੀ ਅਕਲ ਜਾਂ ਉਹ ਇਨਸਾਨ ਹਮੇਸ਼ਾ ਮੋਹ ਦੇ ਵਿੱਚ ਫਸਿਆ ਰਹਿੰਦਾ। ਉਹਦੀ ਜਿਹੜੀ ਹੈ ਅਕਲ ਜਿਹੜੀ ਹੈ ਉਹ ਫਸੀ ਰਹਿੰਦੀ ਹੈ ਕੂੜ ਦੇ ਵਿੱਚ, ਮਾਇਆ ਦੇ ਮੋਹ ਵਿੱਚ। ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਭੂ ਦੇ ਨਾਮ ਤੋਂ ਖੁੰਝਿਆ ਮਨੁੱਖ, ਸਤ ਸੰਗਤ ਤੋਂ ਖੁੰਝਿਆ ਮਨੁੱਖ, ਨਾਮ ਬਾਣੀ ਸੇਵਾ ਪੁੰਨ ਦਾਨ ਤੋਂ ਖੁੰਝਿਆ ਮਨੁੱਖ। ਬਿਨ ਹਰ ਸਿਮਰਨ ਪਾਪ ਸੰਤਾਪੀ, ਸੰਤਾਪੀ ਦਾ ਮਤਲਬ ਦੁਖੀ, ਪਾਪੀ ਦਾ ਮਤਲਬ ਹੁੰਦਾ ਵੀ ਪਾਪ ਕਰਨ ਵਾਲਾ, ਮੰਦੇ ਕਰਮ ਕਰਨ ਵਾਲਾ। ਉਹ ਇਸ ਤਰ੍ਹਾਂ ਹੀ ਰਹਿੰਦਾ, ਪਾਪੀ ਬਣਿਆ ਰਹਿੰਦਾ। ਔਰ ਸੰਤਾਪੀ ਦਾ ਮਤਲਬ ਵੀ ਦੁਖੀ ਹੋਇਆ ਰਹਿੰਦਾ, ਹਰ ਵੇਲੇ ਦੁਖੀ। ਦੁਰਮਤ ਤਿਆਗ ਲਾਹਾ ਕਿਛ ਲੇਵੋ। ਆਖਰੀ ਪੰਕਤੀਆਂ ਨੇ ਪਾਤਸ਼ਾਹ ਦੀ ਬਾਣੀ ਦੀਆਂ, ਕਹਿੰਦੇ ਆਪਣੀ ਭੈੜੀ ਮਤ ਨੂੰ ਤਿਆਗੋ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਆਤਮਕ ਲਾਭ ਖੱਟੋ ਭਾਈ। ਆਪਣੀਆਂ ਸਲਾਹਾਂ ਦੇਣੀਆਂ ਛੱਡੋ, ਗੁਰੂ ਦੀ ਸਲਾਹ ਲਓ। ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਉਹ ਇੱਥੇ ਤੇ ਵੱਡੇ ਵੱਡੇ ਡੁੱਬ ਗਏ, ਤੂੰ ਕੌਣ ਹੈ? ਇਸ ਕਰਕੇ ਤੂੰ ਆਪਣੇ ਦੁਰਮਤ ਤਿਆਗ ਲਾਹ ਕਿਛ ਲੇਵੋ, ਆਪਣੀ ਮਤ ਛੱਡ, ਗੁਰਮਤ ਨੂੰ ਧਾਰਨ ਕਰ, ਤੇ ਦੇਖੀ ਫਿਰ ਤੈਨੂੰ ਆਤਮਕ ਲਾਭ, ਸੰਸਾਰ ਦੇ ਵਿੱਚ ਲਾਭ
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੈਨੂੰ ਮਿਲੇਗਾ। ਇੱਕ ਵਾਰੀ ਹੋ ਕੇ ਤੇ ਦੇਖ ਉਸਦਾ, ਇੱਕ ਵਾਰੀ ਤੱਕ ਕੇ ਤੇ ਦੇਖ ਉਸ ਨੂੰ, ਇੱਕ ਵਾਰੀ ਭਰੋਸਾ ਰੱਖ ਕੇ ਤੇ ਵੇਖ ਉਸ ਤੇ। ਤੇਰੇ ਭਰੋਸੇ ਵਿੱਚ ਕਮੀ, ਉਹਦੀ ਕਿਰਪਾ 'ਚ ਕਮੀ ਨਹੀਂ। ਤੇਰੇ ਭਰੋਸੇ ਦੇ ਵਿੱਚ ਕਮੀ, ਉਹਦੀ ਕਿਰਪਾ ਦੇ ਵਿੱਚ ਕਮੀ ਨਹੀਂ। ਜਿੱਦਣ ਭਰੋਸਾ ਪੂਰਾ ਹੋ ਗਿਆ ਉਦਣ ਮਾਤਾ ਗੰਗਾ ਨੂੰ ਪੁੱਤਰ ਵੀ ਦਾਨ ਵਿੱਚ ਮਿਲ ਗਿਆ। ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ ਦੀ ਬਖਸ਼ਿਸ਼ ਉਦੋਂ ਹੋਈ ਜਦੋਂ ਆਪਣੀ ਮੱਤ ਤਿਆਗੀ। ਚਾਹੇ ਕੋਈ ਗੁਰੂ ਦਾ ਪੁੱਤਰ ਦੀ ਕਿਉਂ ਨਾ ਹੋਵੇ, ਗੁਰੂ ਦੇ ਮਹਿਲ ਕਿਉਂ ਨਾ, ਗੁਰੂ ਨੇ ਲਿਹਾਜ਼ ਨਹੀਂ ਕੀਤਾ। ਅਸੀਂ ਤੇ ਆਪਣੇ ਧੀ ਪੁੱਤਰ ਹੋਏ ਨਾ, ਕੋਈ ਗਲਤੀ ਕਰੇ ਤੇ ਅਸੀਂ ਕਹਿੰਦੇ ਚਲੋ ਕੋਈ ਨਹੀਂ ਪਰਦਾ ਪਾ ਦਿਓ। ਉਹ ਪਰਦਾ ਸਾਰੇ ਪਰਦੇ ਇੱਕ ਦਿਨ ਪਾੜ ਦਿੰਦਾ। ਧਿਆਨ ਦੇਣਾ, ਆਪਣੇ ਧੀ ਪੁੱਤਰ ਦੀ ਗਲਤੀ ਤੇ ਪਰਦਾ ਪਾਉਣਾ, ਉਹਨੂੰ ਨਾ ਝਿੜਕਣਾ ਨਾ ਦਬਕਣਾ, ਇੱਕ ਦਿਨ ਨੁਕਸਾਨ ਹੋ ਸਕਦਾ। ਇਸ ਕਰਕੇ ਜੇ ਗੁਰ ਝਿੜਕੇ ਤਾਂ ਮੀਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਕੋਈ ਬਜ਼ੁਰਗ ਝਿੜਕੇ, ਕੋਈ ਪੇਰੈਂਟਸ ਮਾਂ ਬਾਪ ਝਿੜਕੇ ਜਾਂ ਗੁਰੂ ਝਿੜਕੇ, ਕਦੀ ਵੀ ਉਹਦਾ ਬਜ਼ੁਰਗ ਦਾ ਝਿੜਕਿਆ, ਗੁਰੂ ਦਾ ਝਿੜਕਿਆ ਗੁੱਸਾ ਨਹੀਂ ਕਰੀਦਾ। ਇਹ ਬਾਣੀ ਦੱਸਦੀ ਸਾਨੂੰ। ਘਰਾਂ ਦੇ ਵਿੱਚ ਨਾ ਬਜ਼ੁਰਗ ਕਈ ਵਾਰ ਬੋਲਦੇ ਰਹਿੰਦੇ ਨੇ, ਝਿੜਕਦੇ ਰਹਿੰਦੇ ਨੇ, ਸਾਨੂੰ ਬਾਣੀ ਦੱਸਦੀ ਹੈ। ਬਾਣੀ ਕਹਿੰਦੀ ਵੀ ਗੁੱਸਾ ਨਹੀਂ ਕਰਨਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਝਿੜਕਿਆ ਤਾਂ ਫਿਰ ਕੀ ਹੈ, ਵੱਡੇ ਮਦਦ ਦਿੰਦੇ ਹੀ ਨੇ, ਕੋਈ ਗੱਲ ਨਹੀਂ। ਜੇ ਹੁਣ ਅਸੀਂ ਸਿਆਣੇ ਹੋ ਗਏ ਹਾਂ ਤੇ ਕੋਈ ਗੱਲ ਨਹੀਂ, ਹੋ ਸਕਦਾ ਇਹਦੇ ਵਿੱਚ ਭਲਾ ਹੀ ਹੋਵੇ। ਜੇ ਕੋਈ ਝਿੜਕਦਾ ਪਿਆ, ਗੁਰੂ ਝਿੜਕਦਾ ਤੇ ਫਾਇਦਾ ਹੀ ਹੈ। ਸੋ ਮਹਾਰਾਜ ਜੀ ਕਹਿੰਦੇ ਆਪਣੀ ਮਤ ਨੂੰ ਤਿਆਗ, ਦੁਰਮਤ ਤਿਆਗ, ਲਾਹ ਕਿਛ ਲੇਵੋ, ਜੋ ਉਪਜੈ ਸੋ ਅਲਖ ਅਭੇਵੋ। ਉਸ ਅਲਖ ਅਭੇਵ ਪ੍ਰਭੂ ਤੂੰ ਪੈਦਾ ਹੋਇਆ ਤੇ ਉਹਨੇ ਤੈਨੂੰ ਝਿੜਕਣਾ ਹੀ ਝਿੜਕਣਾ, ਉਹਨੇ ਤੈਨੂੰ ਰਾਹ ਪਾਉਣ ਦੇ ਲਈ ਸਭ ਕੁਛ ਕਰਨਾ। ਐਸਾ ਹਮਰਾ ਸਖਾ ਸਹਾਈ, ਮੇਰਾ ਪ੍ਰਭੂ ਇੱਦਾਂ ਦਾ ਮਿੱਤਰ ਹੈ, ਮੇਰਾ ਇੱਦਾਂ ਦਾ ਮਿੱਤਰ ਹੈ। ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਸੋ ਐਸਾ ਹਮਰਾ ਸਖਾ ਸਹਾਈ, ਮੇਰੀ ਮਦਦ ਕਰਨ ਵਾਲਾ ਹੈ। ਮੈਂ ਔਖਿਆਈ ਦੇ ਵਿੱਚੋਂ ਹੋਵਾਂ, ਉਹ ਮੈਨੂੰ ਔਖਿਆਈ ਦੇ ਵਿੱਚੋਂ ਕੱਢਣ ਵਾਲਾ ਹੈ। ਮੈਨੂੰ ਵਿਘਨ ਲੱਗਣ, ਮੇਰੇ ਵਿਘਨ ਦੂਰ ਕਰਨ ਵਾਲਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰੂ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਐਸਾ ਹਮਰਾ ਸਖਾ, ਸਖੇ ਦਾ ਮਤਲਬ ਹੁੰਦਾ ਮਿੱਤਰ, ਮਦਦ ਕਰਨ ਵਾਲਾ। ਵਾਹਿਗੁਰੂ ਮੇਰਾ ਇੱਦਾਂ ਦਾ ਮਿੱਤਰ ਹੈ, ਕਿਸੇ ਵੀ ਹਾਲਤ ਵਿੱਚ ਹੋਵਾਂ ਤੇ ਮੈਨੂੰ ਉਹ, ਇਹ ਮਤਲਬ ਮੇਰੇ ਲਈ ਹਮਦਰਦ ਬਣਦਾ ਔਰ ਮੈਨੂੰ ਆਪਣੀ ਮਿਹਰ ਬਖਸ਼ੀ ਦੇ ਨਾਲ ਬਖਸ਼ਦਾ ਹੈ। ਗੁਰ ਹਰ ਮਿਲਿਆ ਭਗਤ ਦ੍ਰਿੜਾਈ, ਜਿਸ ਨੂੰ ਗੁਰੂ ਮਿਲ ਜਾਂਦਾ ਉਹ ਬੰਦਾ ਭਗਤੀ ਵੱਲ ਤੁਰ ਪੈਂਦਾ, ਉਹ ਇਨਸਾਨ ਭਗਤ ਬਣ ਜਾਂਦਾ। ਜਿਹੜਾ ਗੁਰੂ ਨੂੰ ਮਿਲਦਾ ਉਹ ਗੁਰੂ ਵਰਗਾ ਹੋ ਜਾਂਦਾ। ਬਾਣੀ ਵਿੱਚ ਲਿਖਿਆ ਉਹ ਗੁਰੂ ਵਰਗਾ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਉਹ ਗੁਰੂ ਵਰਗਾ ਹੋ ਜਾਂਦਾ। ਸਗਲੀ ਸੌਦੀ ਟੋਟਾ ਆਵੇ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਸੌਦਿਆਂ ਦੇ ਵਿੱਚ ਤੂੰ ਕਹਿੰਦਾ ਨਾ ਵੀ ਬਹੁਤ ਕੁਝ ਹੈ, ਦੁਨੀਆ ਦੇ ਸੌਦਿਆਂ ਦੇ ਵਿੱਚ ਘਾਟਾ ਹੀ ਘਾਟਾ ਹੈ। ਸਗਲੀ ਸੌਦੀ ਟੋਟਾ ਆਵੇ। ਸੰਸਾਰ ਦੇ ਸੌਦੇ ਕਰ ਕਰਕੇ ਬੰਦਾ ਕਦੇ ਵੀ ਸੈਟਿਸਫਾਈ ਨਹੀਂ ਹੁੰਦਾ। ਜਦੋਂ ਕੋਈ ਰਾਮ ਦੇ ਨਾਮ ਦਾ ਸੌਦਾ ਕਰਦਾ ਹੈ ਤੇ ਉਹ ਸੈਟਿਸਫਾਈ ਹੋ ਜਾਂਦਾ ਹੈ। ਸਗਲੀ ਸੌਦੀ ਟੋਟਾ ਆਵੇ, ਨਾਨਕ ਰਾਮ ਨਾਮ ਮਨ ਭਾਵੈ। ਸੋ ਉਸ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ। ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਜਾਂ ਜਿਹਨੂੰ ਨਾਮ ਗੁਰੂ ਪਿਆਰਾ ਲੱਗਦਾ ਉਹਨੂੰ ਕਦੇ ਵੀ ਕਿਸੇ ਕਿਸਮ ਦਾ ਘਾਟਾ ਨਹੀਂ ਪੈਂਦਾ ਜੀ। ਸੋ ਇਹ ਸੀ ਅੱਜ ਦਾ ਬਹੁਤ ਹੀ ਪਿਆਰਾ ਵਿਚਾਰ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ। ਕੱਲ੍ਹ ਦਾ ਵੀ ਬੜਾ ਪਿਆਰਾ ਸ਼ਬਦ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਦੇ ਬਾਰੇ ਕੱਲ੍ਹ ਨੂੰ, ਜਿਸ ਦੇ ਕੋਲ ਕੋਈ ਵੀ ਹੁਨਰ ਜਾਂ ਵਿਦਿਆ, ਚਾਹੇ ਰੂਹਾਨੀ ਵਿਦਿਆ ਚਾਹੇ ਕੋਈ ਦੁਨਿਆਵੀ, ਕੋਈ ਵੀ ਕਿਸੇ ਤਰ੍ਹਾਂ ਦੀ ਵਿਦਿਆ, ਇਹ ਵਿਦਿਆ ਕੀ ਹੈ, ਕੱਲ੍ਹ ਦਾ ਵਿਸ਼ਾ ਹੈ ਵਿਦਿਆ। ਵਿਦਿਆ ਸੋ ਗੁਰੂ ਸਾਹਿਬ ਮਿਹਰ ਕਰਨ ਇਸ ਬਾਣੀ ਵਿਚਾਰ ਦਾ ਭਾਵ ਅਰਥ ਅਸਰ ਬਖਸ਼ਿਸ਼ ਸਾਡੇ ਹਿਰਦੇ ਵਿੱਚ ਮਹਾਰਾਜ ਜੀ ਵਸੇ, ਸਾਡਾ ਜੀਵਨ ਗੁਰਮਤਿ ਵਾਲਾ ਹੋ ਜਾਏ। ਸੋ ਸਾਧ ਸੰਗਤ ਜੀ
ਸੋ ਪ੍ਰਭਾਤ ਫੇਰੀਆਂ ਦੇ ਦਿਨ ਬਹੁਤ ਨੇੜੇ ਆ ਚੁੱਕੇ ਹਨ। ਸੋ ਅੱਜ 17 ਤਰੀਕ ਹੋ ਚੁੱਕੀ ਹੈ। 18 ਤੇ 19 2 ਦਿਨ, ਕੱਲ੍ਹ ਤੇ ਪਰਸੋਂ ਚੌਥ ਨੂੰ ਮਤਲਬ 20 ਤਰੀਕ ਨੂੰ ਪ੍ਰਭਾਤ ਫੇਰੀ ਦੀ ਆਰੰਭਤਾ ਹੈ। ਸੋ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਬੜੇ ਸ਼ਰਧਾ ਅਤੇ ਪ੍ਰੇਮ ਦੇ ਨਾਲ ਆਓ। ਜਿਹਨੂੰ ਜੋ ਚਾਹੀਦਾ ਉਹ ਲੈ ਕੇ ਜਾਓ, ਪਰ ਸੇਵਾ ਜਿਹੜੀ ਹੈ ਉਹ ਜੁਗਤੀ ਦੇ ਨਾਲ, ਭਾਵਨਾ ਦੇ ਨਾਲ, ਨਿਮਰਤਾ ਦੇ ਨਾਲ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਹਰ ਬਖਸ਼ਿਸ਼ ਪ੍ਰਾਪਤ ਕਰਕੇ ਤੁਸੀਂ ਜਾਓਗੇ। ਇਹ ਸਾਡਾ ਭਰੋਸਾ ਹੈ, ਇਹ ਗੁਰੂ ਦਾ ਪ੍ਰੋਮਿਸ ਹੈ, ਗੁਰੂ ਦਾ ਵਾਅਦਾ ਹੈ। ਸੋ ਇਸ ਕਰਕੇ ਸਾਰਿਆਂ ਨੇ ਬੜੇ ਵੱਧ ਚੜ੍ਹ ਕੇ ਹਿੱਸੇ ਪਾਉਣੇ ਹਨ, ਸੇਵਾਵਾਂ ਕਰਨੀਆਂ ਹਨ, ਸੰਗਤ ਕਰਨੀ ਹੈ, ਸੇਵਾ ਕਰਨੀ ਹੈ। ਸੋ ਗੁਰੂ ਮਹਾਰਾਜ ਮਿਹਰ ਕਰਨ। ਆਉਣ ਵਾਲੇ ਦਿਨਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸੋ ਰੱਖੇ ਜਾਣੇ ਹਨ। ਜਿਨ੍ਹਾਂ ਨੇ ਕੋਈ ਪਾਠੀ ਸਿੰਘਾਂ ਨੂੰ, ਜਿਨ੍ਹਾਂ ਨੇ ਕੋਈ ਪ੍ਰਸ਼ਾਦਾ ਛਕਾਉਣਾ ਹੋਵੇ ਜਾਂ ਅੰਮ੍ਰਿਤ ਵੇਲੇ ਕੋਈ ਚਾਹ ਦੀ ਸੇਵਾ, ਪ੍ਰਸ਼ਾਦ ਦੀ ਸੇਵਾ ਅਖੰਡ ਪਾਠ ਸਾਹਿਬ ਦੇ ਦੌਰਾਨ ਵੀ ਕਰਨੀ ਹੋਵੇ ਅਤੇ ਉਹ ਤੁਸੀਂ ਆਪਣੀ ਸ਼ਰਧਾ ਮੁਤਾਬਕ ਕਰ ਸਕਦੇ ਹੋ। ਜਿਵੇਂ 26 ਨੂੰ ਪਾਠ ਰੱਖਣਾ, 27 ਨੂੰ ਸਵੇਰੇ, 28 ਨੂੰ ਸਵੇਰੇ ਚਾਹ ਦੇ ਲੰਗਰ ਗੁਰੂ ਘਰ ਅਖੰਡ ਪਾਠ ਚੱਲਦਾ ਹੋਣਾ। ਜੇ ਕੋਈ ਕਰਨਾ ਚਾਹਵੇ ਜਾਂ ਗੁਰਪੁਰਬ 'ਤੇ ਵੀ ਅੰਮ੍ਰਿਤ ਵੇਲੇ, ਸੋ ਜੇ ਕੋਈ ਚਾਹ ਦੇ ਲੰਗਰਾਂ ਦੀ, ਪ੍ਰਸ਼ਾਦ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਭੋਗ ਵਾਲੇ ਦਿਨ ਵੀ, ਅਤੇ ਤੁਸੀਂ ਬੜੀ ਸ਼ਰਧਾ ਨਾਲ ਕਰ ਸਕਦੇ ਹੋ। ਗੁਰੂ ਕੇ ਲੰਗਰਾਂ ਦੇ ਵਿੱਚ ਜੇ ਕਿਸੇ ਨੇ ਕੋਈ ਸੇਵਾ ਕਰਨੀ ਹੋਵੇ, ਕੋਈ ਕਿਸੇ ਕਿਸਮ ਦੀ ਵੀ, ਕੋਈ ਆਟੇ ਦੀ, ਕੋਈ ਜਾਂ ਕੋਈ ਤੇਲ ਦੀ, ਜਾਂ ਕੋਈ ਸਿਲੰਡਰ ਦੀ, ਕਿਸੇ ਵੀ ਕਿਸਮ ਦੀ, ਉਹ ਮਨ ਬਣਾ ਕੇ ਜ਼ਰੂਰ ਨੋਟ ਕਰਵਾਉਣਾ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।